ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 41ਵਾਂ। ਹਿੰਦੂਵਾਦੀ ਤਾਕਤਾਂ ਨਾਲ ਸਾਂਝ ਭਿਆਲੀ ਨੇ ਸਿੱਖ ਚੇਤਨਾ ਅੰਦਰ ਖਾਲਸਾ ਪੰਥ ਦੀ ਅਲੱਗ ਪਛਾਣ ਦਾ ਅਹਿਸਾਸ ਮੱਧਮ ਪਾ ਦਿੱਤਾ। ਇਸ ਨਾਲ ਅਕਾਲੀ ਲੀਡਰਸ਼ਿਪ ਲਈ ਹਿੰਦੂਵਾਦੀ ਤਾਕਤਾਂ ਦੀ ਸੰਤੁਸ਼ਟੀ ਵਾਸਤੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਅਣਚਾਹੀਆਂ ਸਿਧਾਂਤਕ ਨੁਕਰਾਂ ਨੂੰ ਭੋਰ ਸੁੱਟਣ ਅਤੇ ਆਪਣੀ ਰਾਜਸੀ ਲੋੜ ਦੇ ਸਹੂਲਤ ਮੁਤਾਬਕ ਇਸ ਅੰਦਰ ਲੋੜੀਂਦੇ ਰੱਦੋ ਬਦਲ ਕਰਨ ਦਾ ਕਾਰਜ ਸਹਿਲ ਹੋ ਗਿਆ। ਇਸ ਉਦੇਸ਼ ਦੀ ਪੂਰਤੀ ਲਈ ਉਸਨੇ 28-29 ਅਕਤੂਬਰ ਨੂੰ 1978 ਨੂੰ ਲੁਧਿਆਣਾ ਵਿਖੇ ਜੁੜੀ 18ਵੀਂ ਸਰਬ ਹਿੰਦ ਅਕਾਲੀ ਕਾਨਫਰੰਸ ਦੇ ਮੌਕੇ ਦੀ ਭਰਪੂਰ ਵਰਤੋਂ ਕੀਤੀ। ਇਸ ਕਾਨਫਰੰਸ ਦੁਆਰਾ ਪ੍ਰਵਾਨ ਕੀਤੇ ਗਏ ਮਤਿਆਂ ਰਾਹੀਂ ਅਕਾਲੀ ਲੀਡਰਸ਼ਿਪ ਨੇ ਅਨੰਦਪੁਰ ਸਾਹਿਬ ਦੇ ਮਤੇ ਦੇ ਅਣਚਾਹੇ ਸਿਧਾਂਤਕ ਬੰਧਨਾਂ ਤੋਂ ਮੁਕੰਮਲ ਨਿਜਾਤ ਹਾਸਲ ਕਰ ਲਈ। ਇਸ ਕਾਨਫਰੰਸ ਦੇ ਅੰਦਰ ਨਵੀਂ ਅਕਾਲੀ ਲੀਡਰਸ਼ਿਪ ਦੀ ਰਾਜਸੀ ਵਿਚਾਰਧਾਰਾ ਪੂਰੀ ਤਰ੍ਹਾਂ ਖਿੜ ਕੇ ਪ੍ਰਗਟ ਹੋਈ। ਕਾਨਫਰੰਸ ਦੇ ਅੰਦਰ ਕਿਸੇ ਵੀ ਪ੍ਰਮੁੱਖ ਅਕਾਲੀ ਆਗੂ ਨੇ ਵੱਖਰੀ ਸਿੱਖ ਕੌਮ ਦਾ ਲਫ਼ਜ਼ ਜ਼ੁਬਾਨ ਤੇ ਨਾ ਲਿਆਂਦਾ। ਕਿਸੇ ਵੀ ਭਾਸ਼ਣ ਜਾਂ ਮਤੇ ਅੰਦਰ ਸਿੱਖ ਕੌਮ ਦੀ ਅਲੱਗ ਪਛਾਣ ਤੇ ਇਸ ਨੂੰ ਹਿੰਦੂਵਾਦੀ ਤਾਕਤਾਂ ਹੱਥੋਂ ਦਰਪੇਸ਼ ਖਤਰੇ ਦਾ ਜ਼ਿਕਰ ਤੱਕ ਨਾ ਕੀਤਾ ਗਿਆ। ਇੱਥੋਂ ਤੱਕ ਕਿ ਕਾਨਫਰੰਸ ਵੱਲੋਂ ਨਿਰੰਕਾਰੀਆਂ ਬਾਰੇ ਪਾਸ ਕੀਤੇ ਗਏ ਮਤੇ ਅੰਦਰ ਵੀ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦੀਆਂ ਹਿੰਦੂਵਾਦੀ ਕੁਚਾਲਾਂ ਦਾ ਜ਼ਿਕਰ ਕਰਨ ਤੋਂ ਸੁਚੇਤ ਰੂਪ ਵਿੱਚ ਟਾਲਾ ਵੱਟਿਆ ਗਿਆ। ਭਾਸ਼ਣਾਂ ਤੇ ਮਤਿਆਂ ਅੰਦਰ ਮੁੱਖ ਜ਼ੋਰ ਲਗਾਤਾਰ 3 ਦਹਾਕਿਆਂ ਤੱਕ ਰਾਜ ਕਰਦੀ ਆ ਰਹੀ ਕਾਂਗਰਸ ਪਾਰਟੀ ਨੂੰ ਪੰਜਾਬ ਨਾਲ ਧੱਕੇ ਤੇ ਵਿਤਕਰੇ ਦੀ ਦੋਸ਼ੀ ਕਰਾਰ ਦੇਣ ਤੇ ਲੱਗਾ ਰਿਹਾ। 1973 ਵਾਲੇ 22ਵੇਂ ਪਾਲਸੀ ਪ੍ਰੋਗਰਾਮ ਕੋਲੋਂ ਚੋਰਾਂ ਵਾਂਗ ਪੱਲਾ ਛਡਾਉਂਦਿਆਂ ਹੋਇਆਂ ਅਲੱਗ-ਅਲੱਗ ਰਾਜਸੀ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਮੰਗਾਂ ਮਸਲਿਆਂ ਬਾਰੇ 12 ਟੁੱਟਵੇਂ ਮਤੇ ਪ੍ਰਵਾਨ ਕੀਤੇ ਗਏ। ਇਹਨਾਂ 12 ਮਤਿਆਂ ਚੋਂ ਕੁੱਲ ਤੋਂ ਪਹਿਲੇ ਤੇ ਕੁੱਲ ਤੋਂ ਅਹਿਮ ਰਾਜਸੀ ਮਤੇ ਅੰਦਰ ਪੰਥਕ ਰਾਜਸੀ ਨਿਸ਼ਾਨੇ ਨੂੰ ਰਾਜਾਂ ਲਈ ਵਧੇਰੇ ਅਧਿਕਾਰ ਦੀ ਮੰਗ ਤੱਕ ਸੁੰਗੇੜ ਕੇ ਰੱਖ ਦਿੱਤਾ ਗਿਆ। ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜ਼ੋਰ ਲਾ ਕੇ ਤਿਆਰ ਕੀਤੇ ਆਪਣੇ ਅਹਿਮ ਭਾਸ਼ਣ ਅੰਦਰ ਫੈਡਰਲਿਜ਼ਮ ਦੇ ਸਿਧਾਂਤ ਦੀ ਪ੍ਰਭਾਵਸ਼ਾਲੀ ਵਿਆਖਿਆ ਕਰਦਿਆਂ ਹੋਇਆਂ ਭਾਰਤ ਦੇ ਅੰਦਰ ਫੈਡਰਲ ਢਾਂਚੇ ਦੀ ਉਸਾਰੀ ਲਈ ਕਾਫੀ ਢੁਕਵੀਆਂ ਤੇ ਜਚਣਹਾਰ ਤਜਵੀਜ਼ਾਂ ਸੁਝਾਈਆਂ। ਪਰ ਰੜਕਵੀਂ ਗੱਲ ਇਹ ਕਿ ਸਾਰੇ ਭਾਸ਼ਣ ਅੰਦਰ ਕੌਮ ਦੀ ਨਿਆਰੀ ਹਸਤੀ ਤੇ ਇਸ ਨੂੰ ਦਰਪੇਸ਼ ਖਤਰੇ ਬਾਰੇ ਸੰਕੇਤ ਮਾਤਰ ਵੀ ਜ਼ਿਕਰ ਨਾ ਕੀਤਾ ਗਿਆ। ਇੱਥੋਂ ਤੱਕ ਕਿ ਸਮੁੱਚੇ ਭਾਸ਼ਣ ਅੰਦਰ ਸਿੱਖ ਕੌਮ ਦਾ ਲਫ਼ਜ਼ ਤੱਕ ਵਰਤਣ ਤੋਂ ਸੁਚੇਤ ਰੂਪ ਵਿੱਚ ਗੁਰੇਜ਼ ਕੀਤਾ ਗਿਆ। ਬਾਅਦ ਵਿੱਚ ਇਸ ਭਾਸ਼ਣ ਦਾ ਜੋ ਅੰਗਰੇਜ਼ੀ ਰੂਪ ਛਪਵਾ ਕੇ ਵੰਡਿਆ ਗਿਆ ਉਸ ਵਿੱਚ ਖਾਲਸਾ ਪੰਥ ਨੂੰ ਇੱਕ ਕੌਮ ਦਾ ਰੁਤਬਾ ਦੇਣ ਅਤੇ ਭਾਰਤੀ ਹਾਕਮਾਂ ਵੱਲੋਂ ਪ੍ਰਗਟਾਏ ਜਾ ਰਹੇ ਕੇਂਦਰੀਕਰਨ ਦੇ ਰੁਝਾਨ ਦਾ ਹਿੰਦੂਵਾਦੀ ਤੱਤ ਉਘਾੜਨ ਦੀ ਪੋਜੀਸ਼ਨ ਜ਼ਰੂਰ ਉਭਾਰੀ ਗਈ। ਕਿੰਨੀ ਹੈਰਾਨੀ ਤੇ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੀ ਨਾਮਵਰ ਧਾਰਮਿਕ ਹਸਤੀ ਦੇ ਭਾਸ਼ਣ ਅੰਦਰੋਂ ਸਿੱਖ ਅੰਸ਼ ਇਸ ਹੱਦ ਤੱਕ ਗਾਇਬ ਮਨਫੀ ਹੈ ਕਿ ਭਾਰਤ ਦੇ ਥੋੜੇ ਜਿਹੇ ਦਿਲ ਗੁਰਦੇ ਵਾਲੇ ਫੈਡਰਲਿਜ਼ਮ ਦੇ ਹਾਮੀ ਕਿਸੇ ਵੀ ਗੈਰ ਸਿੱਖ ਆਗੂ ਨੂੰ ਇਹ ਭਾਸ਼ਣ ਅਪਣਾਉਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਅਕਾਲੀ ਰਾਜਨੀਤੀ ਨੂੰ ਇਸ ਦੇ ਪੰਥਕ ਖਾਸੇ ਤੋਂ ਵਿਰਵਿਆਂ ਕਰਨ ਦੀ ਉਸ ਕੁਰੂਚੀ ਦਾ ਤਰਕਪੂਰਨ ਨਤੀਜਾ ਸੀ ਜਿਸ ਨੇ 60ਵਿਆਂ ਦੇ ਸ਼ੁਰੂ ਵਿੱਚ ਹੀ ਗਰਭ ਧਾਰਨਾ ਸ਼ੁਰੂ ਕਰ ਦਿੱਤਾ ਸੀ। ਲੁਧਿਆਣਾ ਕਾਨਫਰੰਸ ਦੇ ਅੰਦਰ ਸਰਦਾਰ ਕਪੂਰ ਸਿੰਘ ਨੇ ਆਪਣੇ ਅਕੀਦੇ ਮੁਤਾਬਕ ਇਸ ਰੁਚੀ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆਂ ਇਸ ਦੀ ਕਾਰਵਾਈ ਪੜਚੋਲ ਕੀਤੀ। ਪਰ ਉੱਪਰ ਦਰਸਾਏ ਰਾਜਨੀਤਿਕ ਤੇ ਮਨੋਵਿਗਿਆਨਕ ਮਾਹੌਲ ਅੰਦਰ ਸਰਦਾਰ ਸਾਹਿਬ ਦੀ ਇਸ ਨੁਕਤਾਚੀਨੀ ਨੂੰ ਬਹੁਤਾ ਨਹੀਂ ਗੌਲਿਆ ਗਿਆ।
ਬਾਅਦ ਵਿੱਚ ਜਦ ਅਗਸਤ 1979 ਵਿੱਚ ਕੇਂਦਰ ਦੀ ਜਨਤਾ ਗੱਠਜੋੜ ਸਰਕਾਰ ਆਪਣੇ ਹੀ ਅੰਦਰੂਨੀ ਵਿਰੋਧਾਂ ਤੇ ਤਣਾਵਾਂ ਦੀ ਭੇਟ ਚੜ੍ਹ ਗਈ ਅਤੇ ਨਵੇਂ ਸਿਰਿਓਂ ਹੋਈਆਂ ਮੱਧਕਾਲੀ ਚੋਣਾਂ ਰਾਹੀਂ ਇੰਦਰਾ ਗਾਂਧੀ ਮੁੜ ਹਕੂਮਤੀ ਸੱਤਾ ਉੱਤੇ ਬਿਰਾਜਮਾਨ ਹੋ ਗਈ ਤਾਂ ਅਕਾਲੀ ਲੀਡਰਸ਼ਿਪ ਲਈ ਫਿਰ ਮਾੜੇ ਦਿਨ ਪਰਤ ਆਏ। ਹਿੰਦੂਵਾਦੀ ਤਾਕਤਾਂ ਨਾਲ ਰਾਜ ਸੱਤਾ ਅੰਦਰ ਸਾਂਝ ਭਿਆਲੀ ਦਾ ਥੋੜਾ ਚਿਰ ਆਨੰਦ ਮਾਣਨ ਤੋਂ ਬਾਅਦ ਅਕਾਲੀ ਆਗੂਆਂ ਨੂੰ ਮੁੜ ਤੋਂ ਫਿਰ ਦੁਰਕਾਰੇ ਜਾਣ ਦਾ ਸੰਤਾਪ ਝੱਲਣਾ ਪੈ ਗਿਆ ਅਤੇ ਉਹਨਾਂ ਉੱਤੇ ਮੁੜ ਸੰਘਰਸ਼ ਅਤੇ ਟਕਰਾਓ ਦੇ ਰਾਹ ਪੈਣ ਦੀ ਰਾਜਨੀਤਿਕ ਮਜਬੂਰੀ ਥੋਪ ਦਿੱਤੀ ਗਈ। ਪਰ ਉਦੋਂ ਤੱਕ ਸਿੱਖ ਰਾਜਨੀਤੀ ਅੰਦਰ ਇੱਕ ਅਸਲੋਂ ਹੀ ਨਵਾਂ ਅੰਸ਼ ਸ਼ਾਮਲ ਹੋ ਚੁੱਕਾ ਸੀ। 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਵਾਪਰੇ ਖੂਨੀ ਕਾਂਡ ਨੇ ਸਿੱਖ ਕੌਮ ਸਾਹਮਣੇ ਨਵੇਂ ਸਵਾਲ ਤੇ ਨਵੀਆਂ ਚੁਣੌਤੀਆਂ ਉਭਾਰ ਦਿੱਤੀਆਂ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਉੱਤੇ ਪ੍ਰਗਟ ਹੋ ਜਾਣ ਨਾਲ ਕੌਮ ਦੇ ਇਤਿਹਾਸ ਦੇ ਇੱਕ ਨਵੇਂ ਕਾਂਡ ਦੀ ਸਿਰਜਣਾ ਦਾ ਮਹੂਰਤ ਹੋ ਚੁੱਕਿਆ ਸੀ। ਭਾਗ ਤੀਜਾ, ਸਿਰਲੇਖ ਸਿੱਖ ਪਛਾਣ ਤੇ ਆਜ਼ਾਦੀ ਦਾ ਜਜ਼ਬਾ 1978 ਤੋਂ 1984। ਸਿੱਖ ਮਸਲਿਆਂ ਵਿੱਚ ਰੁਚੀ ਰੱਖਣ ਵਾਲਾ ਕੋਈ ਵੀ ਵਿਅਕਤੀ ਦੋ ਲਹਿਰਾਂ ਦੇ ਭਵਿੱਖ ਮਾਰਗ ਬਾਰੇ ਅਟਕਲਬਾਜ਼ੀ 'ਚ ਪੈ ਸਕਦਾ ਹੈ। ਇਹ ਲਹਿਰਾਂ ਹਨ ਹਿੰਦੂਵਾਦ ਦੁਆਰਾ ਸਿੱਖਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਣ ਦੇ ਖਤਰੇ ਵਿਰੁੱਧ ਟਾਕਰੇ ਦੀ ਲਹਿਰ ਅਤੇ ਸਿੱਖ ਰਾਜ ਦੀ ਕਾਇਮੀ ਲਈ ਜਦੋਜਹਿਦ। ਇਹ ਦੋਨੋਂ ਲਹਿਰਾਂ ਆਪਸ ਵਿੱਚ ਹੀ ਬਹੁਤ ਹੀ ਗੂੜੀ ਤਰ੍ਹਾਂ ਜੁੜੀਆਂ ਹੋਈਆਂ ਹਨ, ਜਿਸ ਨੂੰ ਸਮਝਣ ਜਾਂ ਮੰਨਣ ਦੇ ਵਿੱਚ ਸਾਡੇ ਕੋਲੋਂ ਅਕਸਰ ਫਰਕ ਰਹਿ ਜਾਂਦਾ ਹੈ। ਖੁਸ਼ਵੰਤ ਸਿੰਘ ਜੀ, ਇਹ ਉਹਨਾਂ ਦੀ ਬਿਆਨੀ ਹੈ ਜੀ। ਉਪ ਸਿਰਲੇਖ 78 ਦੀ ਵਿਸਾਖੀ ਇੱਕ ਖੂਨੀ ਮੋੜ ਨੁਕਤਾ। 60ਵਿਆਂ 'ਚ ਹਰੇ ਇਨਕਲਾਬ ਨਾਲ ਜੁੜ ਕੇ ਆਈ ਆਰਥਿਕ ਖੁਸ਼ਹਾਲੀ ਨੇ ਪੰਜਾਬ ਦੇ ਸਮਾਜੀ ਸੱਭਿਆਚਾਰਕ ਖੇਤਰ ਅੰਦਰ ਕਈ ਨਵੇਂ ਵਰਤਾਰਿਆਂ ਨੂੰ ਉਤਸ਼ਾਹਿਤ ਕੀਤਾ। ਨਵੇਂ ਰੰਗ ਢੰਗ ਵਾਲੇ ਅਧਿਆਤਮਕ ਸੁਆਮੀਆਂ ਸਾਧਾਂ ਸੰਤਾਂ ਦੀ ਗਿਣਤੀ ਤੇ ਪ੍ਰਭਾਵ ਖੇਤਰ ਅੰਦਰ ਵੱਡਾ ਉਛਾਲ ਦੇਖਣ ਨੂੰ ਮਿਲਿਆ। ਇਹਨਾਂ ਸੁਆਮੀਆਂ ਨੇ ਪੁਰਾਤਨ ਰਵਾਇਤਾਂ ਨਾਲੋਂ ਹਟ ਕੇ ਅਯਾਸ਼ੀ ਤੇ ਸ਼ਾਨੋ ਸ਼ੌਕਤ ਵਾਲਾ ਜੀਵਨ ਭੋਗਣਾ ਸ਼ੁਰੂ ਕੀਤਾ। ਉਹਨਾਂ ਨੇ ਸਖਸ਼ੀ ਪੂਜਾ ਦੀ ਬਿਰਤੀ ਨੂੰ ਨਾ ਸਿਰਫ ਉਤਸ਼ਾਹਿਤ ਕੀਤਾ, ਸਗੋਂ ਇਸ ਅੰਦਰ ਅਸ਼ਲੀਲਤਾ ਦਾ ਅੰਸ਼ ਵੀ ਭਰ ਦਿੱਤਾ। ਉਹਨਾਂ ਨੇ ਆਪਣੇ ਵੱਖਰੇ ਡੇਰੇ, ਭਵਨ ਅਤੇ ਕਲੋਨੀਆਂ ਵਿਕਸਿਤ ਕੀਤੀਆਂ। ਆਪਣੇ ਨਿੱਜੀ ਪ੍ਰਕਾਸ਼ਨ ਆਰੰਭੇ ਤੇ ਪ੍ਰਚਾਰ ਪ੍ਰਸਾਰ ਦਾ ਵਿਸ਼ਾਲ ਤਾਣਾ ਬਾਣਾ ਖੜਾ ਕੀਤਾ। ਜਿੱਥੇ ਪਹਿਲਿਆਂ ਸਮਿਆਂ ਵਿੱਚ ਸਾਧੂ ਸੰਤ ਆਮ ਤੌਰ ਤੇ ਗੁੰਮਨਾਮੀ ਦੀ ਜ਼ਿੰਦਗੀ ਜਿਉਣ ਅਤੇ ਰਾਜ ਸ਼ਕਤੀ ਤੋਂ ਨਿਰਲੇਪ ਤੇ ਅਟੰਕ ਹੋਣ ਦੀ ਪ੍ਰਵਿਰਤੀ ਰੱਖਦੇ ਸਨ, ਉਥੇ ਨਵੇਂ ਸਾਧਾਂ ਸੰਤਾਂ ਦਾ ਮੁਹਾਨ ਰਾਜ ਸ਼ਕਤੀ ਨਾਲ ਕਰੀਬੀ ਸਾਂਝਾਂ ਗੰਢਣ ਅਤੇ ਇੱਕ ਦੂਜੇ ਤੋਂ ਵੱਧ ਕੇ ਸਰਕਾਰੀ ਸਰਪ੍ਰਸਤੀ ਹਾਸਲ ਕਰਨ ਵੱਲ ਹੋ ਗਿਆ। ਵਜ਼ੀਰਾਂ ਅਫਸਰਾਂ ਵੱਲੋਂ ਸੰਤਾਂ ਦੇ ਦਰਸ਼ਨਾਂ ਲਈ ਆਉਣਾ ਆਮ ਜਨਤਾ ਲਈ ਵੱਡੀ ਅਹਿਮੀਅਤ ਰੱਖਦਾ ਹੈ। ਇਸ ਨਾਲ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਹੋਰ ਵੱਧ ਜਾਂਦੀ ਹੈ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਘੇਰਾ ਹੋਰ ਮੋਕਲਾ ਹੋ ਜਾਂਦਾ ਹੈ, ਜਿਸ ਦਾ ਸੰਤਾਂ ਤੇ ਸਿਆਸਤਦਾਨਾਂ ਦੋਵਾਂ ਨੂੰ ਬਰਾਬਰ ਦਾ ਲਾਭ ਪਹੁੰਚਦਾ ਹੈ। ਇੱਕ ਦਾ ਸ਼ਰਧਾਲੂ ਦੂਜੇ ਦੀ ਵੋਟ ਬਣ ਜਾਂਦਾ ਹੈ। ਇਸ ਤਰ੍ਹਾਂ ਸਾਧਾਂ ਸੰਤਾਂ ਤੇ ਰਾਜਸੀ ਸੱਤਾ ਵਿਚਕਾਰ ਦੁਵੱਲੇ ਫਾਇਦੇ ਦੇ ਸਿਧਾਂਤ ਤੇ ਇੱਕ ਨਾਪਾਕ ਗੱਠਜੋੜ ਉਸਰ ਆਉਂਦਾ ਹੈ, ਜੋ ਸਾਧਾਰਣ ਤੇ ਭੋਲੀ ਭਾਲੀ ਜਨਤਾ ਨੂੰ ਅਧਿਆਤਮਿਕ ਗੁਲਾਮੀ ਤੇ ਰਾਜਸੀ ਅਧੀਨਗੀ ਦੀਆਂ ਜੰਜੀਰਾਂ ਵਿੱਚ ਜਕੜਨ ਦਾ ਕਾਰਗਰ ਵਸੀਲਾ ਹੋ ਗੁਜ਼ਰਦਾ ਹੈ। ਪੰਜਾਬ ਅੰਦਰ 60ਵਿਆਂ 'ਚ ਵਿਆਪਕ ਰੂਪ ਵਿੱਚ ਪ੍ਰਗਟ ਹੋਏ ਤੇ ਫਿਰ ਨਿਰੰਤਰ ਫੈਲਦੇ ਚਲੇ ਗਏ ਇਸ ਵਰਤਾਰੇ ਨੇ ਸਿੱਖੀ ਤੇ ਸਿੱਖ ਪੰਥ ਦਾ ਡਾਢਾ ਘਾਣ ਕੀਤਾ ਹੈ। ਸੰਤ ਨਿਰੰਕਾਰੀ ਮਿਸ਼ਨ ਦਿੱਲੀ ਦਾ ਨਾਮ ਇਸ ਸੂਚੀ ਵਿੱਚ ਸਭ ਤੋਂ ਉੱਪਰ ਆਉਂਦਾ ਹੈ। ਨਿਰੰਕਾਰੀ ਲਹਿਰ ਦੀ ਸਥਾਪਨਾ ਬਾਬਾ ਦਿਆਲ ਜੀ 1783 ਤੋਂ 1855 ਨੇ ਸਿੱਖ ਸਮਾਜ ਅੰਦਰ ਸੁਧਾਰ ਲਿਆਉਣ ਦੇ ਉਪਦੇਸ਼ ਨਾਲ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵੇਲੇ ਸਿੱਖ ਸਮਾਜ ਦਾ ਵੱਡਾ ਹਿੱਸਾ
ਬ੍ਰਾਹਮਣਵਾਦੀ ਵਿਚਾਰਾਂ, ਵਿਸ਼ਵਾਸਾਂ ਤੇ ਕਰਮਕਾਂਡਾਂ ਦੀ ਮਾਰੂ ਗ੍ਰਿਫਤ ਵਿੱਚ ਆ ਚੁੱਕਾ ਸੀ। ਉਹਨਾਂ ਨੇ ਹਿੰਦੂ ਦੇਵੀ ਦੇਵਤਿਆਂ ਨੂੰ ਧਿਆਉਣਾ, ਹਿੰਦੂ ਰਹੁ ਰੀਤਾਂ ਦੀ ਪਾਲਣਾ ਕਰਨੀ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਤਲਾਂਜਲੀ ਦੇ ਕੇ ਦੇਹਧਾਰੀ ਗੁਰੂਆਂ ਦੰਭੀਆਂ ਦੇ ਲੜ ਲੱਗਣਾ ਸ਼ੁਰੂ ਕਰ ਦਿੱਤਾ ਸੀ। ਸਿੱਖ ਧਰਮ ਦੀ ਇਸ ਮੰਦੀ ਪੈ ਰਹੀ ਹਾਲਤ ਨੂੰ ਦੇਖਦਿਆਂ ਹੋਇਆਂ ਬਾਬਾ ਦਿਆਲ ਜੀ ਨੇ ਸਿੱਖੀ ਸੁਧਾਰ ਦੀ ਮੁਹਿੰਮ ਆਰੰਭ ਕੀਤੀ, ਜਿਸ ਦਾ ਉਦੇਸ਼ ਸਿੱਖ ਪੰਥ ਨੂੰ ਹਿੰਦੂਵਾਦੀ ਪ੍ਰਭਾਵਾਂ ਤੋਂ ਮੁਕਤ ਕਰਨਾ, ਸਿੱਖ ਧਰਮ ਦੀ ਨਿਰਮਲਤਾ ਅਤੇ ਮੌਲਿਕਤਾ ਬਹਾਲ ਕਰਨੀ ਅਤੇ ਭੁੱਲੇ ਤੇ ਭਟਕੇ ਸਿੱਖਾਂ ਨੂੰ ਮੁੜ ਗੁਰੂ ਦੀ ਸ਼ਰਨ ਵਿੱਚ ਲਿਆਉਣਾ ਸੀ। ਉਹਨਾਂ ਨੇ ਮੂਰਤੀ ਪੂਜਾ, ਦੇਵ ਪੂਜਾ, ਸੂਤਕ ਪਾਤਕ, ਸ਼ਰਾਧ ਤੇ ਅਜਿਹੇ ਹੋਰਨਾਂ ਹਿੰਦੂ ਕਰਮਕਾਂਡਾਂ ਦਾ ਪੁਰਜ਼ੋਰ ਖੰਡਨ ਕੀਤਾ। ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸ਼ਰਾਬ ਤੇ ਤੰਬਾਕੂ ਨੋਸ਼ੀ ਵਰਗੇ ਵਿਕਾਰਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ। ਐਸ਼ੋ ਇਸ਼ਰਤ ਦੀ ਜ਼ਿੰਦਗੀ ਦੇ ਮੁਕਾਬਲੇ ਸਾਦੇ ਜੀਵਨ ਨੂੰ ਉੱਤਮ ਦਰਸਾਇਆ ਅਤੇ ਝੂਠ, ਠੱਗੀ ਠੋਰੀ, ਦੰਭ ਤੇ ਵਿਖਾਵੇ ਵਰਗੇ ਅਨੈਤਿਕ ਕਰਮਾਂ ਦੀ ਕਾਟਵੀਂ ਪੜਚੋਲ ਕਰਦਿਆਂ ਹੋਇਆਂ ਸੱਚ ਤੇ ਨੀਤੀ, ਨੇਕੀ ਦੇ ਰਾਹ ਉੱਤੇ ਚੱਲਣ ਦੀ ਮੱਤ ਤੇ ਪ੍ਰੇਰਣਾ ਦਿੱਤੀ। ਬਾਬਾ ਜੀ ਦੇ ਸਵਰਗ ਸੁਧਾਰ ਜਾਣ ਉਪਰੰਤ ਉਹਨਾਂ ਦੇ ਵੱਡੇ ਪੁੱਤਰ ਬਾਬਾ ਦਰਬਾਰਾ ਸਿੰਘ ਨੇ ਸਿੱਖੀ ਸੁਧਾਰ ਮਿਸ਼ਨ ਨੂੰ ਬਦ ਦਸਤੂਰ ਜਾਰੀ ਰੱਖਿਆ। ਪ੍ਰਚਾਰ ਸੁਧਾਰ ਦੀ ਇਹ ਲਹਿਰ ਸਮਾਂ ਪੈਣ ਨਾਲ ਨਿਰੰਕਾਰੀ ਦਰਬਾਰ ਦੇ ਨਾਂ ਹੇਠ ਇੱਕ ਸੰਸਥਾ ਤੇ ਸੰਪਰਦਾਇ ਦਾ ਸਰੂਪ ਅਖਤਿਆਰ ਕਰ ਗਈ ਅਤੇ ਜਿਵੇਂ ਕਿ ਅਕਸਰ ਅਜਿਹੀਆਂ ਸੰਪਰਦਾਵਾਂ ਅੰਦਰ ਵਾਪਰਦਾ ਹੈ, ਇਸ ਦੇ ਮੁਖੀ ਦੀ ਪਦਵੀ ਪਿਤਾ ਪੁਰਖੀ ਹੋ ਗਈ। ਇਸੇ ਪਰੰਪਰਾ ਤੇ ਕੜੀ ਦੇ ਅਧੀਨ ਨਿਰੰਕਾਰੀ ਦਰਬਾਰ ਦੇ ਅਜੋਕੇ ਮੁਖੀ ਬਾਬਾ ਗੁਰਬਖਸ਼ ਸਿੰਘ ਹਨ, ਜੋ ਚੰਡੀਗੜ੍ਹ ਸੈਕਟਰ 31 ਸੀ ਤੋਂ ਆਪਣੀਆਂ ਸੁਧਾਰ ਪ੍ਰਚਾਰਕ ਸਰਗਰਮੀਆਂ ਜਾਰੀ ਰੱਖ ਰਹੇ ਹਨ। ਭਾਵੇਂ ਕਿ ਸਮੇਂ ਦੇ ਅਸਰਾਂ ਹੇਠ ਬਾਬਾ ਦਿਆਲ ਜੀ ਵੱਲੋਂ ਆਰੰਭੀ ਇਸ ਲਹਿਰ ਦੇ ਤੱਤ ਤੇ ਸਰੂਪ ਅੰਦਰ ਹੁਣ ਕਾਫੀ ਬਦਲਾਅ ਆ ਚੁੱਕੇ ਹਨ। ਇਸ ਦੀ ਬ੍ਰਾਹਮਣਵਾਦ ਵਿਰੋਧੀ ਧਾਰ ਹੁਣ ਓਨੀ ਕਾਟਵੀਂ ਨਹੀਂ ਰਹੀ ਅਤੇ ਅਮਲੀ ਤੌਰ ਤੇ ਇਹ ਇੱਕ ਡੇਰਾ ਬਣ ਕੇ ਰਹਿ ਗਿਆ ਹੈ। ਇਸੇ ਦੌਰਾਨ ਨਿਰੰਕਾਰੀ ਲਹਿਰ ਦਾ ਅਸਲ ਨਾਲੋਂ ਇੱਕ ਪਤਿਤ ਰੂਪ ਵੱਧ ਪ੍ਰਚਲਿਤ ਹੋ ਗਿਆ। 1928-29 ਦੀ ਗੱਲ ਹੈ ਕਿ ਨਿਰੰਕਾਰੀ ਦਰਬਾਰ ਰਾਵਲਪਿੰਡੀ ਦੇ ਤਤਕਾਲੀ ਮੁਖੀ ਬਾਬਾ ਗੁਰਦਿੱਤ ਸਿੰਘ ਨੇ ਬੂਟਾ ਸਿੰਘ ਨਾਂ ਦੇ ਆਪਣੇ ਇੱਕ ਪ੍ਰਚਾਰਕ ਸੇਵਕ ਨੂੰ ਨਿਰੰਕਾਰੀ ਦਰਬਾਰ ਦੀ ਨੈਤਿਕ ਮਰਿਆਦਾ ਦਾ ਘੋਰ ਉਲੰਘਣ ਕਰਨ ਸ਼ਰਾਬੀ ਹੋ ਕੇ ਦਰਬਾਰ ਅੰਦਰ ਆਉਣ ਬਦਲੇ ਨਿਰੰਕਾਰੀ ਸੰਸਥਾ ਚੋਂ ਖਾਰਜ ਕਰ ਦਿੱਤਾ। ਨਿਰੰਕਾਰੀ ਦਰਬਾਰ ਚੋਂ ਦੁਰਕਾਰਿਆ ਬੂਟਾ ਸਿੰਘ ਰਾਵਲਪਿੰਡੀ ਛੱਡ ਕੇ ਪਿਸ਼ੌਰ ਚਲਾ ਗਿਆ ਅਤੇ ਆਪਣੇ ਇੱਕ ਨਿਕਟਵਰਤੀ ਅਵਤਾਰ ਸਿੰਘ ਨਾਲ ਰਲ ਕੇ ਆਪਣੀ ਅਲੱਗ ਸ਼ਾਖਾ ਕਾਇਮ ਕਰ ਲਈ। ਬੂਟਾ ਸਿੰਘ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਉਸ ਦਾ ਉੱਤਰਾਧਿਕਾਰੀ ਐਲਾਨ ਦਿੱਤਾ। 1947 ਦੇ ਬਟਵਾਰੇ ਤੋਂ ਬਾਅਦ ਅਵਤਾਰ ਸਿੰਘ ਨੇ ਨਵੀਂ ਦਿੱਲੀ ਪਹਾੜਗੰਜ ਵਿਖੇ ਕਿਰਾਏ ਤੇ ਮਕਾਨ ਲੈ ਕੇ ਸੰਤ ਨਿਰੰਕਾਰੀ ਮੰਡਲ ਦੇ ਨਾਂ ਹੇਠ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਸਿੱਖੀ ਦੇ ਸਿਧਾਂਤਾਂ ਤੇ ਬਾਬਾ ਦਿਆਲ ਦੁਆਰਾ ਆਰੰਭੀ ਨਿਰੰਕਾਰੀ ਲਹਿਰ ਦੀ ਸਥਾਪਨਾ ਜਾਂ ਸਥਾਪਿਤ ਮਰਿਆਦਾ ਦੇ ਉਲਟ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਰੱਬੀ ਅਵਤਾਰ ਤੇ ਸਤਿਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਉਸਨੇ ਸ਼ਾਹੀ ਲਿਬਾਸ ਪਹਿਨਣਾ, ਸਿਰ ਤੇ ਮੁਕਟ ਸਜਾਉਣਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉੱਚੇ ਪੀੜੇ ਉੱਤੇ ਬੈਠਣਾ ਆਰੰਭ ਕਰ ਦਿੱਤਾ। ਗੁਰਬਾਣੀ ਦੀ ਕਥਾ ਕਰਦਿਆਂ ਇਸ ਦੇ ਅਰਥਾਂ ਦੀ ਮਨਮਰਜ਼ੀ ਦੀ ਵਿਆਖਿਆ ਕਰਨੀ ਅਤੇ ਆਪਣੇ ਆਪ ਨੂੰ ਜੱਗੋਂ ਨਿਰਾਲਾ ਅਤੇ ਸਰਮੋਤਮ ਦਰਸਾਉਣ ਲਈ ਗੁਰਬਾਣੀ ਤੇ ਸਿੱਖੀ ਦਾ ਹੋਛੇ ਲਹਿਜੇ ਚ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਸਿੱਖੀ ਦੇ ਪਾਵਨ ਸਿਧਾਂਤਾਂ, ਅਸੂਲਾਂ ਤੇ ਪਰੰਪਰਾਵਾਂ ਉੱਤੇ ਕਾਢਵੇਂ ਵਿਅੰਗ ਕੱਸਣ ਦੀਆਂ ਅਸ਼ਲੀਲ ਹਰਕਤਾਂ ਕੀਤੀਆਂ ਜਾਣ ਲੱਗੀਆਂ। ਪੰਜਾਂ ਪਿਆਰਿਆਂ ਦੀ ਨਕਲ ਉੱਤੇ ਅਵਤਾਰ ਸਿੰਘ ਨੇ ਆਪਣੇ ਨਿਰੰਕਾਰੀ ਮੰਡਲ ਦੇ 7 ਪਿਆਰੇ ਥਾਪ ਦਿੱਤੇ। ਅਵਤਾਰ ਸਿੰਘ ਦੇ ਉਪਾਸ਼ਕਾਂ ਦੁਆਰਾ ਉਸ ਦੀ ਮਹਿਮਾ ਵਿੱਚ ਲਿਖੇ ਨੀਵੇਂ ਪੱਧਰ ਦੇ ਕਾਵ ਟੋਟਕਿਆਂ ਨੂੰ ਇੱਕ ਜਿਲਦ ਵਿੱਚ ਇਕੱਠਾ ਕਰਕੇ ਇਸ ਨੂੰ ਗੁਰਬਾਣੀ ਦੀ ਤਰਜ਼ ਉੱਤੇ ਅਵਤਾਰ ਬਾਣੀ ਦਾ ਨਾਮ ਤੇ ਦਰਜਾ ਦਿੱਤਾ ਗਿਆ। ਹਿੰਦੂ ਸਮਾਜ ਅੰਦਰ ਕੋਈ ਦੰਭੀ ਆਪਣੇ ਆਪ ਨੂੰ ਰਾਮ, ਕ੍ਰਿਸ਼ਨ ਜਾਂ ਗਣੇਸ਼ ਦਾ ਅਵਤਾਰ ਕਹਾਏ ਤਾਂ ਹਿੰਦੂਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਉਹ ਇਸ ਗੱਲ ਦਾ ਬੁਰਾ ਨਹੀਂ ਮਨਾਉਂਦੇ। ਦਰਜਨਾਂ ਹੀ ਪਖੰਡੀ ਅਜਿਹਾ ਕਰ ਰਹੇ ਹਨ ਅਤੇ
ਹਿੰਦੂ ਜਨਤਾ ਅੰਨੀ ਸ਼ਰਧਾ ਨਾਲ ਉਹਨਾਂ ਦੇ ਮਗਰ ਲੱਗੀ ਫਿਰਦੀ ਹੈ। ਪਰ ਸਿੱਖ ਇਹ ਕਦਾਚਿਤ ਸਹਿਣ ਨਹੀਂ ਕਰ ਸਕਦੇ ਕਿ ਕੋਈ ਦੰਭੀ ਆਪਣੇ ਆਪ ਨੂੰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਕਹਾਉਣ ਦੀ ਗੁਸਤਾਖੀ ਕਰੇ। ਸਿੱਖ ਗੁਰੂਆਂ ਦੀ ਬਰਾਬਰੀ ਕਰਨ ਦਾ ਯਤਨ ਕਰਨਾ ਸਿੱਖਾਂ ਲਈ ਗੁਰੂ ਸਾਹਿਬਾਨ ਦੀ ਨਿਰਾਦਰੀ ਕਰਨ ਦੇ ਤੁੱਲ ਹੈ। ਸਿੱਖਾਂ ਤੇ ਹਿੰਦੂਆਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਸੰਵੇਦਨਾਵਾਂ ਵਿਚਕਾਰ ਇਸ ਬੁਨਿਆਦੀ ਅੰਤਰ ਨੂੰ ਸਮਝੇ ਬਿਨਾਂ ਸਿੱਖ ਨਿਰੰਕਾਰੀ ਝਗੜੇ ਦਾ ਮੂਲ ਆਧਾਰ ਤੇ ਕਾਰਨ ਸਮਝ ਨਹੀਂ ਆ ਸਕਦਾ। ਸਿੱਖ ਆਪਣੇ ਗੁਰੂਆਂ ਦੇ ਤੇ ਮਾਣਯੋਗ ਸ਼ਹੀਦਾਂ ਦੀਆਂ ਸਾਂਗਾਂ ਜਾਂ ਨਕਲਾਂ ਸਹਿਣ ਨਹੀਂ ਕਰ ਸਕਦੇ। ਇਸ ਦੀ ਤੁਲਨਾ ਵਿੱਚ ਹਿੰਦੂਆਂ ਅੰਦਰ ਇਸ ਕਰਮ ਨੂੰ ਨਾ ਸਿਰਫ ਮਾੜਾ ਨਹੀਂ ਸਮਝਿਆ ਜਾਂਦਾ, ਸਗੋਂ ਇਸ ਦਾ ਪੁੱਜ ਕੇ ਲੁਤਫ ਮਾਣਿਆ ਜਾਂਦਾ ਹੈ। ਹਿੰਦੂ ਸਦੀਆਂ ਤੋਂ ਰਾਮ ਲੀਲਾ ਦਾ ਰਸ ਮਾਣਦੇ ਆ ਰਹੇ ਹਨ। ਰਾਮ ਤੇ ਸੀਤਾ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੂੰ ਉਸੇ ਧਾਰਮਿਕ ਸ਼ਰਧਾ ਨਾਲ ਮੱਥੇ ਟੇਕੇ ਜਾਂਦੇ ਹਨ, ਪਰ ਸਿੱਖ ਅਜਿਹਾ ਕਦਾਚਿਤ ਸਹਿਣ ਨਹੀਂ ਕਰ ਸਕਦੇ। ਇਸ ਕਰਕੇ ਅਵਤਾਰ ਸਿੰਘ ਵੱਲੋਂ ਆਪਣੇ ਆਪ ਨੂੰ ਗੁਰੂਆਂ ਦਾ ਅਵਤਾਰ ਅਖਵਾਉਣ ਅਤੇ ਆਪਣੇ ਲਿਬਾਸ ਅਤੇ ਅੰਦਾਜ਼ ਵਿੱਚ ਗੁਰੂ ਸਾਹਿਬਾਨ ਦੀ ਨਕਲ ਅਤੇ ਬਰਾਬਰੀ ਕਰਨ ਦੀਆਂ ਭੜਕਾਊ ਕੋਸ਼ਿਸ਼ਾਂ ਤੇ ਸ਼ਰਧਾਲੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪੂ ਉੱਚੇ ਸਿੰਘਾਸਣ ਉੱਤੇ ਬੈਠਣ ਅਤੇ ਮੱਥੇ ਟਿਕਾਉਣ, ਮੰਦ ਭਾਵਨਾ ਦੇ ਤਹਿਤ ਗੁਰਬਾਣੀ ਦੀ ਗਲਤ ਪੇਸ਼ਕਾਰੀ ਤੇ ਉਲਟੀ ਸਿੱਧੀ ਵਿਆਖਿਆ ਕਰਨ, ਸਿੱਖਾਂ ਦੇ ਧਾਰਮਿਕ ਅਕੀਦਿਆਂ ਤੇ ਪਰੰਪਰਾਵਾਂ ਦੀ ਹੇਠੀ ਕਰਨ ਅਤੇ ਇਹਨਾਂ ਦਾ ਕੁਝੇ ਢੰਗ ਨਾਲ ਮਜ਼ਾਕ ਉਡਾਉਣ ਦੀਆਂ ਕਾਰਵਾਈਆਂ ਨੇ ਸ਼ਰਧਾਵਾਨ ਸਿੱਖ ਹਲਕਿਆਂ ਅੰਦਰ ਤਕੜਾ ਰੋਸ ਪੈਦਾ ਕਰ ਦਿੱਤਾ। ਕੁਝ ਥਾਵਾਂ ਤੇ ਸਿੱਖ ਸ਼ਰਧਾਲੂਆਂ ਨੇ ਨਿਰੰਕਾਰੀਆਂ ਵਿਚਕਾਰ ਤਕਰਾਰ ਤੇ ਝਗੜਾ ਵੀ ਹੋਇਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਪੰਥਕ ਵਿਦਵਾਨਾਂ ਨੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਇਹਨਾਂ ਕਾਰਵਾਈਆਂ ਦੀ ਲੇਖਾਂ ਅਤੇ ਟਰੈਕਟਾਂ ਦੇ ਜ਼ਰੀਏ ਬਾਦਲੀਲ ਆਲੋਚਨਾ ਕੀਤੀ, ਪਰ ਪੰਥਕ ਵਿਦਵਾਨਾਂ ਸੰਸਥਾਵਾਂ ਦੇ ਇਹਨਾਂ ਵਾਜਬ ਰੋਸਾਂ ਤੇ ਇਤਰਾਜ਼ਾਂ ਦਾ ਨਿਰੰਕਾਰੀ ਆਗੂਆਂ ਉੱਤੇ ਕੋਈ ਅਸਰ ਨਾ ਹੋਇਆ। ਕਾਰਨ ਇਹ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਜ ਭਾਗ ਉੱਤੇ ਕਾਬਜ ਹੋਈ ਹਿੰਦੂ ਹੁਕਮਰਾਨ ਜਮਾਤ ਨੇ ਖਾਲਸਾ ਪੰਥ ਦੇ ਨਿਆਰੇਪਣ ਨੂੰ ਢਾਹ ਲਾ ਕੇ ਸਿੱਖ ਕੌਮ ਨੂੰ ਹਿੰਦੂ ਸਮਾਜ ਅੰਦਰ ਅਭੇਦ ਕਰ ਲੈਣ ਦੀ ਸੋਚ ਤੇ ਰਣਨੀਤੀ ਦੇ ਤਹਿਤ ਸੰਤ ਨਿਰੰਕਾਰੀ ਮੰਡਲ ਤੇ ਇਸ ਵਰਗੀਆਂ ਹੋਰਨਾਂ ਸਿੱਖੀ ਵਿਰੋਧੀ ਸੰਸਥਾਵਾਂ ਸੰਪਰਦਾਵਾਂ ਨੂੰ ਨੰਗੀ ਹਕੂਮਤੀ ਸਰਪ੍ਰਸਤੀ ਤੇ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਨੀਤੀ ਨੂੰ ਘੜਨ ਤੇ ਅਮਲੀ ਰੂਪ ਦੇਣ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਉਚੇਚੀ ਰੁਚੀ ਤੇ ਉਤਸ਼ਾਹ ਦਿਖਾਇਆ। ਗ੍ਰਹਿ ਮੰਤਰੀ ਦੀ ਹੈਸੀਅਤ ਵਿੱਚ ਉਸਨੇ ਇਸ ਮੰਤਵ ਲਈ ਸਰਕਾਰੀ ਤਾਕਤ ਤੇ ਇਸ ਦੇ ਖੁਫੀਆ ਫੰਡਾਂ ਦੀ ਨਿਰਸੰਕੋਚਵੀਂ ਵਰਤੋਂ ਕੀਤੀ। ਨਿਰੰਕਾਰੀ ਮਿਸ਼ਨ ਦੇ ਹਮਾਇਤੀਆਂ ਸ਼ੁਭ ਚਿੰਤਕਾਂ ਨੂੰ ਪ੍ਰਬੰਧਕੀ ਢਾਂਚੇ ਅੰਦਰ ਅਹਿਮ ਥਾਵਾਂ ਉੱਤੇ ਨਿਯੁਕਤ ਕਰਨ ਦੀ ਨੀਤੀ ਅਮਲ 'ਚ ਲਿਆਂਦੀ ਗਈ। ਪੰਜਾਬ ਅਤੇ ਦਿੱਲੀ ਅੰਦਰ ਖਾਸ ਕਰਕੇ ਅਜਿਹੇ ਤੱਤਾਂ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਵਿੱਚ ਉਚੇਚੇ ਤੌਰ ਤੇ ਭਰਤੀ ਕੀਤਾ ਗਿਆ। ਹਕੂਮਤੀ ਮਸ਼ੀਨਰੀ ਨੂੰ ਨਿਰੰਕਾਰੀ ਮੰਡਲ ਦੀ ਹਰ ਢੰਗ ਨਾਲ ਮਦਦ ਕਰਨ ਦੀਆਂ ਅਲਿਖਤੀ ਹਦਾਇਤਾਂ ਦਿੱਤੀਆਂ ਗਈਆਂ। ਵਿਦੇਸ਼ਾਂ ਅੰਦਰ ਭਾਰਤੀ ਸਫਾਰਤਖਾਨਿਆਂ ਨੂੰ ਨਿਰੰਕਾਰੀ ਮੁਖੀ ਦੀ ਪੁਰਜ਼ੋਰ ਤਰੀਕੇ ਨਾਲ ਆਓ ਭਗਤ ਕਰਨ ਦੇ ਲਿਖਤੀ ਆਦੇਸ਼ ਦਿੱਤੇ ਗਏ। ਵੱਡੇ ਵੱਡੇ ਵਜ਼ੀਰ ਤੇ ਅਫਸਰ ਖੁੱਲੇ ਰੂਪ ਵਿੱਚ ਨਿਰੰਕਾਰੀ ਸਮਾਗਮਾਂ ਅੰਦਰ ਸ਼ਾਮਲ ਹੋ ਕੇ ਇਹਨਾਂ ਦੀ ਸ਼ੋਭਾ ਵਧਾਉਣ ਲੱਗੇ। ਪੰਜਾਬ ਦੀਆਂ ਆਰੀਆ ਸਮਾਜੀ ਤਾਕਤਾਂ ਨਿਰੰਕਾਰੀ ਮੰਡਲ ਦੀ ਨੰਗੀ ਹਮਾਇਤ ਉੱਤੇ ਉਤਰ ਆਈਆਂ। ਜਲੰਧਰ ਦੀ ਭਾਸ਼ਾ ਪ੍ਰੈਸ ਨੇ ਆਪਣੀ ਸਿੱਖ ਦੁਸ਼ਮਣ ਸੋਚਣੀ ਤੇ ਫਿਰਕੂ ਜਿਹਨੀਅਤ ਦੇ ਅਸਰ ਹੇਠ ਨਿਰੰਕਾਰੀ ਮੰਡਲ ਦੀਆਂ ਸਿੱਖਾਂ ਨੂੰ ਚੜਾਉਣ ਤੇ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਹਰਕਤਾਂ ਦੀ ਖੁੱਲ੍ਹ ਕੇ ਪਿੱਠ ਠੋਕਣੀ ਸ਼ੁਰੂ ਕਰ ਦਿੱਤੀ। ਹਿੰਦੂ ਹਾਕਮਾਂ ਦੇ ਆਸ਼ੀਰਵਾਦ ਤੇ ਚੌਤਰਫੀ ਹੱਲਾਸ਼ੇਰੀ ਨੇ ਸੰਤ ਨਿਰੰਕਾਰੀ ਮੰਡਲ ਦੇ ਕਾਰੋਬਾਰ ਵਿੱਚ ਯਕਦਮ ਵੱਡੀ ਤੇਜ਼ੀ ਲੈ ਆਂਦੀ। ਇਸ ਦੀ ਮਾਇਕ ਆਮਦਨ ਤੇ ਸ਼ਰਧਾਲੂਆਂ ਦੀ ਨਫਰੀ ਵਿੱਚ ਹੈਰਤ ਅੰਗੇਜ਼ ਵਾਧਾ ਹੋ ਗਿਆ।
1948 ਵਿੱਚ ਨਿਰੰਕਾਰੀਆਂ ਦੇ ਛੋਟੇ ਵੱਡੇ ਕੁੱਲ 21 ਕੇਂਦਰ ਸਨ। 1983 'ਚ ਇਹ ਗਿਣਤੀ 700 ਤੱਕ ਜਾ ਪਹੁੰਚੀ। 35 ਸਾਲਾਂ 'ਚ 35 ਗੁਣਾ ਵਾਧਾ। ਦਿੱਲੀ ਵਿੱਚ ਕਿਰਾਏ ਤੇ ਟੁੱਟੇ ਜਿਹੇ ਮਕਾਨ ਤੋਂ ਵੱਧ ਕੇ ਇੱਕ ਪੂਰੀ ਸੂਰੀ ਆਲੀਸ਼ਾਨ ਨਿਰੰਕਾਰੀ ਕਾਲੋਨੀ ਉਸਰਾਈ ਅਤੇ ਪੰਜਾਬ ਦੇ ਹਰ ਸ਼ਹਿਰ ਤੇ ਕਸਬੇ ਅੰਦਰ ਨਿਰੰਕਾਰੀ ਭਵਨਾਂ ਦੀਆਂ ਸ਼ਾਨਦਾਰ ਇਮਾਰਤਾਂ ਪ੍ਰਗਟ ਹੋ ਗਈਆਂ। ਅਵਤਾਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਫਰਜ਼ੰਦ ਗੁਰਬਚਨ ਸਿੰਘ ਨੇ ਬਾਪ ਨਾਲੋਂ 2 ਕਦਮ ਅੱਗੇ ਵੱਧ ਕੇ ਸਿੱਖੀ ਵਿਰੁੱਧ ਹਮਲੇ ਦੀ ਧਾਰ ਉੱਤੇ ਹੋਰ ਰੇਤੀ ਫੇਰ ਦਿੱਤੀ ਅਤੇ ਗੁਰੂ ਡੰਮ ਦੇ ਸਖਸ਼ੀ ਪੂਜਾ ਦੇ ਅਮਲ ਨੂੰ ਹੋਰ ਵੱਧ ਅਸ਼ਲੀਲਤਾ ਦੀ ਪੱਧਰ ਤੇ ਪਹੁੰਚਾ ਦਿੱਤਾ। ਉਸਨੇ ਆਪਣੀ ਗੁਰੂ ਪੁਣੇ ਤੇ ਪੈਗੰਬਰੀ ਦੀ ਪੂਛ ਨੂੰ ਸਿੱਖ ਗੁਰੂ ਸਾਹਿਬਾਨ ਤੋਂ ਵੀ ਅੱਗੇ ਜਹਾਨ ਭਰ ਦੇ ਪੀਰਾਂ ਪੈਗੰਬਰਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। 28 ਅਕਤੂਬਰ 1972 ਨੂੰ ਦਿੱਲੀ ਵਿਖੇ ਨਿਰੰਕਾਰੀ ਮੰਡਲ ਦੇ ਸਾਲਾਨਾ ਸਮਾਗਮ ਮੌਕੇ ਗੁਰਬਚਨ ਸਿੰਘ ਨੇ ਤੇ ਉਸ ਦੀ ਪਤਨੀ ਨੇ, ਜਿਸ ਨੂੰ ਰਾਜਮਾਤਾ ਦੀ ਉਪਾਧੀ ਬਖਸ਼ੀ ਗਈ, ਨੂੰ ਨੋਟਾਂ ਨਾਲ ਤੋਲਿਆ ਗਿਆ ਅਤੇ ਫਿਰ ਇਸ ਦੀ ਫੋਟੋ ਛਪਵਾ ਕੇ ਉੱਤੇ ਗੁਰਬਾਣੀ ਦੀ ਇੱਕ ਤੁਕ ਦਿੱਤੀ ਗਈ ਕਿ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ। ਮਾਇਆ ਦੇ ਇਸ ਕਰੂਪ ਪ੍ਰਦਰਸ਼ਨ ਉੱਤੇ ਗੁਰਬਾਣੀ ਦੀ ਇਹ ਤੁਕ ਢਕਾਉਂਦੀ ਗੁਰਬਾਣੀ ਦਾ ਕੋਝਾ ਅਪਮਾਨ ਕਰਨ ਵਾਲੀ ਗੱਲ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਸਿੱਖ ਪੰਥ ਅੰਦਰ ਰੋਸ ਤੇ ਗੁੱਸੇ ਦੇ ਭਾਵ ਵੱਧਦੇ ਗਏ ਅਤੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਜ਼ੋਰ ਪਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 18 ਨਵੰਬਰ 1973 ਨੂੰ ਬਾਕਾਇਦਾ ਮਤਾ ਪਾਸ ਕਰਕੇ ਨਿਰੰਕਾਰੀ ਮੰਡਲ ਦੀਆਂ ਅਜਿਹੀਆਂ ਭੜਕਾਊ ਹਰਕਤਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪਰ ਸਰਕਾਰੀ ਥਾਪੜੇ ਤੇ ਸ਼ਰਧਾਲੂਆਂ ਦੀ ਨਫ਼ਰੀ ਅੰਦਰ ਹੋ ਰਹੇ ਛਾਲਾਂ ਮਾਰਵੇਂ ਵਾਧੇ ਨਾਲ ਗੁਰਬਚਨ ਸਿੰਘ ਅੰਦਰ ਅਜਿਹਾ ਹੰਕਾਰ ਪੈਦਾ ਹੋ ਗਿਆ ਕਿ ਉਸਨੇ ਸਿੱਖ ਪੰਥ ਦੇ ਇਤਰਾਜ਼ਾਂ ਤੇ ਰੋਸ ਪ੍ਰਗਟਾਵਿਆਂ ਨੂੰ ਟਿੱਚ ਕਰਕੇ ਜਾਣਦਿਆਂ ਹੋਇਆਂ ਆਪਣੀਆਂ ਸਿੱਖ ਵਿਰੋਧੀ ਸਰਗਰਮੀਆਂ ਨਾ ਸਿਰਫ ਜਾਰੀ ਰੱਖੀਆਂ, ਸਗੋਂ ਪੰਜਾਬ ਅੰਦਰ ਨਿਰੰਕਾਰੀ ਪੱਖੀ ਉੱਚ ਅਫਸਰਾਂ ਦੀ ਖੁੱਲ੍ਹਮ ਖੁੱਲ੍ਹੀ ਮਦਦ ਨਾਲ ਇਹਨਾਂ ਸਰਗਰਮੀਆਂ ਅੰਦਰ ਦੂਣੀ ਚੌਣੀ ਤੇਜ਼ੀ ਲੈ ਆਂਦੀ। ਸਰਕਾਰੀ ਹਮਾਇਤ ਅਤੇ ਹਿੰਦੂਵਾਦੀ ਤਾਕਤਾਂ ਦੀ ਸ਼ਹਿ ਨਾਲ ਇਸ ਲਹਿਰ ਨੇ ਧੀਰੇ ਧੀਰੇ ਨੀਮ ਫਾਸੀ ਰੰਗਤ ਫੜਨੀ ਸ਼ੁਰੂ ਕਰ ਦਿੱਤੀ। ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਬਟਾਲਾ, ਘੁਮਾਣ, ਚੌਂਕ ਮਹਿਤਾ, ਸ਼੍ਰੀ ਹਰਗੋਬਿੰਦਪੁਰ, ਤਰਨਤਾਰਨ ਅਤੇ ਬੰਬਈ ਆਦਿ ਥਾਵਾਂ ਤੇ ਸ਼ਰਧਾਲੂ ਸਿੱਖਾਂ ਤੇ ਨਕਲੀ ਨਿਰੰਕਾਰੀਆਂ ਵਿਚਕਾਰ ਹੋਏ ਤਕਰਾਰਾਂ ਤੇ ਛੋਟੇ ਪੱਧਰ ਦੀਆਂ ਝੜਪਾਂ ਨੇ ਇਸ ਨਿਰੰਕਾਰੀ ਪੰਥ ਦਾ ਅੰਦਰ ਨੀਮ ਫਾਸੀ ਰੁਚੀਆਂ ਨੂੰ ਵੱਡਾ ਹੁਲਾਰਾ ਦੇ ਦਿੱਤਾ। ਗੁਰਬਚਨ ਸਿੰਘ ਨੇ ਸੰਤ ਨਿਰੰਕਾਰੀ ਸੇਵਾ ਦਲ ਦੇ ਨਾਂ ਹੇਠ ਬਾਕਾਇਦਾ ਸਿਖਲਾਈ ਪ੍ਰਾਪਤ ਨਿੱਜੀ ਹਥਿਆਰਬੰਦ ਸੈਨਾ ਖੜੀ ਕਰ ਲਈ, ਜਿਸ ਦਾ ਸਪਸ਼ਟ ਉਦੇਸ਼ ਸਿੱਖ ਪੰਥ ਦੇ ਹੱਕੀ ਰੋਸ ਅਤੇ ਵਿਰੋਧ ਨੂੰ ਤਾਕਤ ਤੇ ਜ਼ੋਰ ਕੁਚਲਣਾ ਅਤੇ ਸਿੱਖ ਕੌਮ ਉੱਤੇ ਆਪਣੀ ਦੌਲਤ ਦੇ ਨਾਲ ਗੁੰਡਾ ਸ਼ਕਤੀ ਦੀ ਧੌਂਸ ਜਮਾਉਣਾ ਸੀ। ਇਸ ਮਾਮਲੇ ਵਿੱਚ ਨਕਲੀ ਨਿਰੰਕਾਰੀਆਂ ਨੂੰ ਰਾਜ ਸ਼ਕਤੀ ਦੀ ਨੰਗੀ ਓਟ ਅਤੇ ਹਿੰਦੂਵਾਦੀ ਤਾਕਤਾਂ ਦਾ ਖੁੱਲ੍ਹਮ ਖੁੱਲ੍ਹਾ ਸਮਰਥਨ ਹਾਸਲ ਸੀ। ਇਸੇ ਦੌਰਾਨ ਅਕਾਲੀ ਰਾਜਨੀਤੀ ਅੰਦਰ ਆਏ ਕੁਝ ਸਿਧਾਂਤਕ ਵਿਗਾੜਾਂ ਤੇ ਨੈਤਿਕ ਨਿਘਾਰਾਂ ਨੇ ਇਹਨਾਂ ਪੰਥ ਦੋਖੀ ਤਾਕਤਾਂ ਦੇ ਹੌਸਲੇ ਹੋਰ ਵਧਾ ਦਿੱਤੇ ਅਤੇ ਉਹਨਾਂ ਦੇ ਸਿੱਖੀ ਨੂੰ ਢਾਹ ਲਾਉਣ ਦੇ ਯਤਨਾਂ ਵਿੱਚ ਦੂਣੀ ਤੇਜ਼ੀ ਆ ਗਈ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ, ਅਕਾਲੀ ਰਾਜਨੀਤੀ ਉੱਤੇ ਧਨਾੜ ਜ਼ਿਮੀਂਦਾਰ ਵਰਗ ਦੀ ਸਰਦਾਰੀ ਸਥਾਪਿਤ ਹੋਣ ਨਾਲ ਪੰਥ ਅੰਦਰਲੇ ਨੀਵੇਂ ਸਮਝੇ ਜਾਂਦੇ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਅਤੇ ਉਹਨਾਂ ਅੰਦਰ ਆਪਣੇ ਵੱਖਰੇ ਅਧਿਆਤਮਕ ਆਸ਼ਰੇ ਢੂੰਡਣ ਦੀ ਰੁਚੀ ਜ਼ੋਰ ਫੜ ਗਈ। ਨਿਰੰਕਾਰੀ ਮੰਡਲ ਨੂੰ ਵੱਧ ਹੁੰਗਾਰਾ ਇਹਨਾਂ ਵਰਗਾਂ ਵੱਲੋਂ ਹੀ ਮਿਲਿਆ। ਦੂਜਾ, ਚੋਣ ਰਾਜਨੀਤੀ ਦੀਆਂ ਗਰਜਾਂ ਦੇ ਤਹਿਤ ਅਕਾਲੀ ਲੀਡਰਸ਼ਿਪ ਨੇ ਨਾ ਸਿਰਫ ਅਜਿਹੀਆਂ ਗੁਰਮਤ ਵਿਰੋਧੀ ਧਾਰਾਵਾਂ ਪ੍ਰਤੀ ਸਿਧਾਂਤਕ ਢਿੱਲ ਤੇ ਰਿਆਇਤ ਦਿਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ, ਸਗੋਂ ਵੋਟ ਲਾਲਸਾ ਚੋਂ ਇਹਨਾਂ ਨਾਲ ਬਣਾ ਕੇ ਰੱਖਣ ਦੀ ਮੌਕਾ ਪ੍ਰਸਤ ਰੁਚੀ ਵੀ ਪਾਲਣੀ ਸ਼ੁਰੂ ਕਰ ਦਿੱਤੀ। ਇਸ ਨਾਲ ਅਜਿਹੀਆਂ ਗੁਰਮਤ ਦੋਖੀ ਧਾਰਾਵਾਂ
ਵਿਰੁੱਧ ਵਿਚਾਰਧਾਰਕ ਜਦੋਜਹਿਦ ਦੀ ਧਾਰ ਨਾਕਾਰਾ ਹੋ ਕੇ ਰਹਿ ਗਈ। ਨਤੀਜੇ ਵਜੋਂ ਨਿਰੰਕਾਰੀ ਮੰਡਲ ਤੇ ਇਸ ਵਰਗੀਆਂ ਹੋਰਨਾਂ ਸੰਪਰਦਾਵਾਂ ਤੇ ਸੰਸਥਾਵਾਂ ਦੇ ਬੇਰੋਕ ਪਸਾਰੇ ਲਈ ਵਧੇਰੇ ਅਨੁਕੂਲ ਵਾਤਾਵਰਣ ਪੈਦਾ ਹੋ ਗਿਆ। 1977 ਤੱਕ ਨਿਰੰਕਾਰੀ ਆਗੂ ਕਾਂਗਰਸੀ ਹਾਕਮਾਂ ਦੀ ਨਮਕ ਹਲਾਲੀ ਕਰਦੇ ਰਹੇ। ਸਰਕਾਰੀ ਇਮਦਾਦ ਬਦਲੇ ਨਿਰੰਕਾਰੀ ਮੁਖੀ ਚੋਣਾਂ ਅੰਦਰ ਖੁੱਲ੍ਹ ਕੇ ਕਾਂਗਰਸ ਪਾਰਟੀ ਦਾ ਪੱਖ ਪੂਰਦੇ ਰਹੇ। ਪਰ 1977 ਵਿੱਚ ਰਾਜਸੀ ਹਵਾ ਦੇ ਪਾਸਾ ਪਲਟ ਲੈਣ ਨਾਲ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਨੇ ਵੀ ਰਾਜਨੀਤਿਕ ਪਲਟੀ ਮਾਰ ਲਈ। 1977 ਦੀਆਂ ਲੋਕ ਸਭਾ ਚੋਣਾਂ ਵਿੱਚ ਉਸਨੇ ਇੰਦਰਾ ਗਾਂਧੀ ਵਿਰੁੱਧ ਜਨਤਾ ਗੱਠਜੋੜ ਦਾ ਪੱਖ ਮੱਲ ਲਿਆ। ਇਸ ਗੱਠਜੋੜ ਅੰਦਰ ਮੁਰਾਰਜੀ ਦੇਸਾਈ ਤੇ ਚੌਧਰੀ ਚਰਨ ਸਿੰਘ ਵਰਗੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਆਗੂਆਂ ਤੇ ਜਨਸੰਘ ਵਰਗੀਆਂ ਹਿੰਦੂ ਫਿਰਕਾ ਪ੍ਰਸਤੀ ਤਾਕਤਾਂ ਦਾ ਬੋਲਬਾਲਾ ਹੋਣ ਕਰਕੇ ਨਿਰੰਕਾਰੀ ਆਗੂਆਂ ਲਈ ਇਹ ਨਵਾਂ ਸੌਦਾ ਕਿਸੇ ਵੀ ਹਿਸਾਬ ਨਾਲ ਘੱਟ ਜਾਂ ਗੈਰ ਲਾਹੇਵੰਦ ਨਹੀਂ ਸੀ। ਚੋਣਾਂ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਨਤਾ ਗੱਠਜੋੜ ਸਰਕਾਰ ਨੇ ਨਿਰੰਕਾਰੀ ਮੰਡਲ ਉੱਤੇ ਆਪਣੀਆਂ ਮਿਹਰਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਉੱਚ ਸਰਕਾਰੀ ਅਫਸਰ ਤੇ ਵਜ਼ੀਰ ਨਿਰੰਕਾਰੀ ਸਮਾਗਮਾਂ ਅੰਦਰ ਵੱਧ ਚੜ ਕੇ ਹਾਜ਼ਰੀ ਲਵਾਉਣ ਅਤੇ ਬਾਬਾ ਜੀ ਨੂੰ ਆਪਣੀਆਂ ਸੇਵਾਵਾਂ ਅਰਪਣ ਕਰਨ ਲੱਗੇ। 18 ਮਈ 1977 ਨੂੰ ਅਟਲ ਬਿਹਾਰੀ ਵਾਜਪਾਈ ਕੇਂਦਰੀ ਵਿਦੇਸ਼ ਮੰਤਰੀ ਤੇ ਸਿਕੰਦਰ ਬਖਤ ਕੇਂਦਰੀ ਆਵਾਸ ਤੇ ਨਿਰਮਾਣ ਮੰਤਰੀ ਨੇ ਨਿਰੰਕਾਰੀ ਕਲੋਨੀ ਵਿਖੇ ਇੱਕ ਨਿਰੰਕਾਰੀ ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆਂ ਨਿਰੰਕਾਰੀ ਮਿਸ਼ਨ ਤੇ ਇਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਦਾ ਬਹੁਤ ਹੀ ਓਛੇ ਤੇ ਖੁਸ਼ਾਮਦੀ ਭਰੇ ਲਹਿਜੇ ਵਿੱਚ ਉਸਤਤ ਗਾਣ ਕੀਤਾ। ਵਾਜਪਾਈ ਵੱਲੋਂ ਇਸ ਜਲਸੇ ਵਿੱਚ ਕੀਤੀ ਗਈ ਤਕਰੀਰ ਗਹਿਰੇ ਭਾਵ ਰੱਖਦੀ ਸੀ। ਉਸਨੇ ਗੁਰਬਚਨ ਸਿੰਘ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ਬਾਬਾ ਜੀ ਮੈਨੂੰ ਅਜਿਹਾ ਧਿਆਨ ਬਖਸ਼ੋ ਕਿ ਅਜਿਹੀ ਜਿਹੜੀ ਜ਼ਿੰਮੇਵਾਰੀ ਆਪ ਜੀ ਨੇ ਦਿੱਤੀ ਹੈ ਉਸ ਨੂੰ ਜੀ ਜਾਨ ਨਾਲ ਨਿਭਾ ਸਕਾਂ। ਵਾਜਪਾਈ ਵੱਲੋਂ ਵਰਤੀ ਸ਼ਬਦਾਵਲੀ ਤੋਂ ਪ੍ਰਤੱਖ ਹੁੰਦਾ ਹੈ ਕਿ ਉਹ ਵਜ਼ੀਰੀ ਨੂੰ ਲੋਕਾਂ ਦੀ ਨਹੀਂ ਬਾਬਾ ਜੀ ਦੀ ਬਖਸ਼ਿਸ਼ ਸਮਝਦਾ ਸੀ ਅਤੇ ਇਸ ਕਰਕੇ ਉਸ ਦੀਆਂ ਸੇਵਾਵਾਂ ਬਾਬਾ ਜੀ ਨੂੰ ਸਰਪ੍ਰਸਤ ਸਨ, ਭਾਵ ਸਮਰਪਿਤ ਸਨ। ਇਸ ਤੋਂ ਥੋੜਾ ਚਿਰ ਬਾਅਦ ਦਿੱਲੀ ਵਿਖੇ ਜਦ ਨਿਰੰਕਾਰੀ ਮੰਡਲ ਦਾ ਸਾਲਾਨਾ ਸਮਾਗਮ ਹੋਇਆ ਤਾਂ ਦਿੱਲੀ ਦੇ ਸ਼੍ਰੋਮਣੀ ਪ੍ਰਸ਼ਾਸਕ DR ਕੋਹਲੀ ਅਤੇ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਇਸ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ। DR ਕੋਹਲੀ ਨੇ ਬਾਬਾ ਜੀ ਪ੍ਰਤੀ ਅਪਾਰ ਸ਼ਰਧਾ ਭਾਵ ਪ੍ਰਗਟ ਕਰਦਿਆਂ ਹੋਇਆਂ ਨਿਰੰਕਾਰੀ ਮਿਸ਼ਨ ਦੇ ਨਿੰਦਕਾਂ ਉਸ ਦਾ ਇਸ਼ਾਰਾ ਸਿੱਖ ਪੰਥ ਵੱਲ ਸੀ ਦੀ ਜੀ ਭਰ ਕੇ ਬਦਖੋਈ ਕੀਤੀ। ਅਡਵਾਨੀ ਨੇ ਵੀ ਬਾਬਾ ਜੀ ਦਾ ਖੂਬ ਪ੍ਰਸ਼ੰਸਾ ਗਾਨ ਕੀਤਾ। ਜਦ ਕੇਂਦਰ ਦੀ ਸਰਕਾਰ ਨੇ ਦਿੱਲੀ ਦਾ ਪ੍ਰਸ਼ਾਸਕ ਬਾਬਾ ਜੀ ਦੇ ਹਰ ਹੁਕਮ ਉੱਤੇ ਫੁੱਲ ਚੜਾਉਣ ਲਈ ਇੰਨੀ ਤਤਪਰਤਾ ਪ੍ਰਗਟਾ ਰਿਹਾ ਹੋਵੇ ਤਾਂ ਉਹ ਸਿੱਖ ਪੰਥ ਦੇ ਰੋਸਾਂ ਅਤੇ ਇਤਰਾਜ਼ਾਂ ਦੀ ਪਰਵਾਹ ਕਿਉਂ ਕਰੇ ਭਲਾ। ਫਰਵਰੀ 1978 ਵਿੱਚ ਜਦ ਬਾਬਾ ਗੁਰਬਚਨ ਸਿੰਘ ਵਿਦੇਸ਼ ਯਾਤਰਾ ਉੱਤੇ ਨਿਕਲਿਆ ਤਾਂ ਵਿਦੇਸ਼ ਮੰਤਰਾਲੇ ਨੇ ਹਰ ਜਗ੍ਹਾ ਭਾਰਤੀ ਸਫਾਰਤਖਾਨੇ ਨੂੰ ਬਾਬਾ ਜੀ ਦਾ ਪੁਰਜੋਰ ਸਵਾਗਤ ਕਰਨ ਲਈ ਲਿਖਤੀ ਹਦਾਇਤਾਂ ਜਾਰੀ ਕੀਤੀਆਂ। ਨਿਰੰਕਾਰੀ ਮੁਖੀ ਦੀ ਦੇਸ਼ ਵਾਪਸੀ ਤੇ 6 ਮਾਰਚ ਨੂੰ ਦਿੱਲੀ ਦੇ ਮਾਉਲੰਕਰ ਹਾਲ ਵਿੱਚ ਇੱਕ ਭਰਵਾਂ ਸਵਾਗਤੀ ਸਮਾਗਮ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦਾ ਵਿਦੇਸ਼ ਮੰਤਰੀ ਵਾਜਪਾਈ ਖੁਦ ਹਾਜ਼ਰ ਹੋਇਆ ਅਤੇ ਉਸਨੇ ਆਪਣੀ ਲੱਛੇਦਾਰ ਭਾਸ਼ਾ ਵਿੱਚ ਬਾਬਾ ਜੀ ਦੀਆਂ ਸਿਫਤਾਂ ਦੇ ਖੂਬ ਪੁਲ ਬੰਨੇ। ਮਈ 1977 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਅਕਾਲੀ ਆਗੂਆਂ ਨੇ ਨਿਰੰਕਾਰੀ ਵੋਟਾਂ ਹਾਸਲ ਕਰਨ ਲਈ ਬਾਬਾ ਗੁਰਬਚਨ ਸਿੰਘ ਅੱਗੇ ਮੰਗਤੇ ਬਣ ਕੇ ਪੇਸ਼ ਹੋਣ ਵਿੱਚ ਰਤੀ ਭਰ ਵੀ ਝਿਜਕ ਮਹਿਸੂਸ ਨਾ ਕੀਤੀ। ਇਤਿਹਾਸ ਦੇ ਅੰਦਰ ਇਹ ਪਹਿਲਾ ਮੌਕਾ ਸੀ ਜਦ ਨਿਰੰਕਾਰੀ ਵੋਟ ਸਮੂਹਕ ਰੂਪ ਵਿੱਚ ਅਕਾਲੀ ਦਲ ਦੇ ਪੱਖ ਵਿੱਚ ਭੁਗਤੀ। ਇਸ ਤਰ੍ਹਾਂ ਬਾਬਾ ਗੁਰਬਚਨ ਸਿੰਘ ਦੀ ਅਪਾਰ ਕਿਰਪਾ ਸਦਕਾ ਹੋਂਦ ਵਿੱਚ ਆਈ ਪੰਜਾਬ ਦੀ ਅਕਾਲੀ ਜਨਤਾ ਗੱਠਜੋੜ ਸਰਕਾਰ ਨੇ ਮੋੜਵੇਂ ਰੂਪ ਵਿੱਚ ਬਾਬਾ ਜੀ ਨੂੰ ਆਪਣੀਆਂ ਮਿਹਰਬਾਨੀਆਂ ਨਾਲ ਨਿਵਾਜਣਾ ਜਾਰੀ ਰੱਖਿਆ।
ਐਮਰਜੈਂਸੀ ਦੌਰਾਨ 1976 ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇੱਕ ਵੱਡੀ ਕਾਰਜ ਯੋਜਨਾ ਦੇ ਤਹਿਤ ਬਾਬਾ ਗੁਰਬਚਨ ਸਿੰਘ ਦੇ ਇੱਕ ਖਾਸ ਵਿਸ਼ਵਾਸ ਪਾਤਰ IAS ਅਫਸਰ ਹਰਦੇਵ ਸਿੰਘ ਛੀਨਾ ਨੂੰ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਉਸਨੇ ਮਿਥੀ ਹੋਈ ਯੋਜਨਾ ਅਨੁਸਾਰ ਚੋਣਵੇਂ ਨਿਰੰਕਾਰੀ ਪੱਖੀ ਅਫਸਰਾਂ ਨੂੰ ਅਹਿਮ ਥਾਵਾਂ ਉੱਤੇ ਤਾਇਨਾਤ ਕਰ ਦਿੱਤਾ। ਇਸੇ ਕੜੀ ਵਿੱਚ ਨਿਰੰਜਨ ਸਿੰਘ ਨਾਂ ਦੇ ਇੱਕ ਕੱਟੜ ਨਿਰੰਕਾਰੀ ਅਫਸਰ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਥਾਪਿਆ ਗਿਆ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।